ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਟਾਈਮ ਟੂ ਲਰਨ ਪੰਜਾਬ। ਅੱਜ ਦਾ ਆਪਣਾ ਜੋ ਵਿਸ਼ਾ ਹੈ ਉਹ ਹੈ ਪੰਜਾਬੀ ਵਿਆਕਰਨ। PSSB 8393 ਐਨਟੀਟੀ ਔਰ PS ਟੈਟ ਦੇ ਅਧੀਨ ਜੋ ਕੁਐਸਚਨ ਆਉਂਦੇ ਹਨ, ਪੁੱਛੇ ਜਾਂਦੇ ਹਨ, ਉਹ ਇਹਨਾਂ ਵਿੱਚੋਂ ਹੀ ਤੁਹਾਨੂੰ ਪੁੱਛੇ ਜਾਣਗੇ। ਕੁਝ ਵੀ ਜ਼ਿਆਦਾ ਨਹੀਂ ਹੈ, ਕੁਝ ਵੀ ਖਾਸ ਨਹੀਂ ਹੁੰਦਾ, ਪਰ ਫ੍ਰੀ ਦੇ ਨੰਬਰ ਹੀ ਕਹਿ ਲਓ। ਪੰਜਾਬੀ ਇੱਕ ਐਸਾ ਵਿਸ਼ਾ ਹੈ ਜਿਸ ਦੇ ਵਿੱਚ ਫ੍ਰੀ ਦੇ ਨੰਬਰ ਮਿਲਦੇ ਹਨ। ਤੋ ਪਹਿਲਾ ਟੌਪਿਕ ਹੈ ਆਪਣਾ, ਸਟੈਪ ਬਾਈ ਸਟੈਪ ਟੌਪਿਕ ਕਰਾਂਗੇ। ਪਹਿਲਾ ਟੌਪਿਕ ਹੈ ਪੰਜਾਬੀ ਵਿਆਕਰਨ। ਪੰਜਾਬੀ ਦੀ ਜਾਣ ਪਛਾਣ ਕਰਦੇ ਹਾਂ। ਸੰਸਾਰ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੀ ਗਿਣਤੀ ਬੇਅੰਤ ਹੈ। ਪੰਜਾਬ ਦੇ ਲੋਕਾਂ ਦੀ ਬੋਲੀ ਪੰਜਾਬੀ ਹੈ। ਪੰਜਾਬੀ ਉਹਨਾਂ ਸਾਰਿਆਂ ਦੀ ਹੀ ਸੰਤਾਨ ਹੈ ਜਿਹੜੇ ਅੱਜ ਤੋਂ 3,500 ਸਾਲ ਪਹਿਲਾਂ ਪੰਜਾਬ ਵਿੱਚ ਆ ਕੇ ਵਸੇ। ਇਸ ਕਰਕੇ ਸਾਡੀ ਬੋਲੀ ਦਾ ਮੁੱਢ ਉਹਨਾਂ ਆਰਿਆਂ ਦੀ ਵੈਦਿਕ ਜਾਂ ਆਰੰਭਕ ਬੋਲੀ ਹੈ ਜਿਸ ਵਿੱਚ ਉਸ ਸਮੇਂ ਰਿਗਵੇਦ ਲਿਖਿਆ ਗਿਆ ਸੀ। ਬੋਲੀ ਦਾ ਨਾਮ ਪੰਜਾਬੀ ਮੁਸਲਮਾਨਾਂ ਦੇ ਪੰਜਾਬ ਵਿੱਚ ਆਉਣ 'ਤੇ ਹੀ ਪ੍ਰਸਿੱਧ ਹੋਇਆ। ਤੋਂ ਪੰਜਾਬੀ ਦੀ ਜਾਣ ਪਛਾਣ ਆਪਾਂ ਪੜ੍ਹਦੇ ਹਾਂ। ਪੰਜਾਬੀ ਭਾਸ਼ਾ ਦਾ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ? ਗੁਰਮੁਖੀ ਲਿਪੀ ਵਿਕਾਸਸ਼ੀਲ ਲਿਪੀ ਹੈ। ਮੁਸਲਮਾਨ ਰਾਜ ਦੌਰਾਨ ਫਾਰਸੀ ਭਾਸ਼ਾ ਦੇ ਇਹੋ ਜਿਹੇ ਸ਼ਬਦ ਪੰਜਾਬੀ ਨੇ ਗ੍ਰਹਿਣ ਕੀਤੇ ਜਿਨ੍ਹਾਂ ਦੀਆਂ ਕਈ ਧੁਨੀਆਂ ਪੰਜਾਬੀ ਦੀਆਂ ਧੁਨੀਆਂ ਨਾਲੋਂ ਵੱਖਰੀਆਂ ਹਨ। ਇਹੋ ਜਿਹੀਆਂ ਧੁਨੀਆਂ ਦੇ ਅੱਖਰ ਵੀ ਗੁਰਮੁਖੀ ਲਿਪੀ ਵਿੱਚ ਸ਼ਾਮਲ ਕਰ ਲਏ ਗਏ। ਇਹ ਅੱਖਰ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਅਤੇ ਫੱਫੇ ਪੈਰ ਬਿੰਦੀ ਸਨ। ਗੁਰਮੁਖੀ ਲਿਪੀ ਦੀਆਂ ਪ੍ਰਾਚੀਨ ਲਿਖਤਾਂ ਵਿੱਚੋਂ ਇੱਕ ਹੀ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਸੀ, ਪਰ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਅਧੀਨ ਗੁਰਮੁਖੀ ਲਿਪੀ ਵਿੱਚ ਕਾਮਾ, ਕੌਮਾ ਬਿੰਦੀ, ਦੋ ਬਿੰਦੀ, ਟੇਢੀ ਰੇਖਾ, ਜੀ ਹਾਂ, ਤੋਂ ਪਹਿਲਾ ਜੋ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਅਧੀਨ ਇਹ ਅੱਖਰ ਜੋੜ ਲਿੱਤੇ ਗਏ। ਗੁਰਮੁਖੀ ਲਿਪੀ ਬ੍ਰਾਹਮੀ ਵਿੱਚੋਂ ਨਿਕਲੀ ਪ੍ਰਾਚੀਨ ਲਿਪੀ ਹੈ ਅਤੇ ਇਹ ਵਿਕਾਸਸ਼ੀਲ ਲਿਪੀ ਹੈ। ਗੁਰਮੁਖੀ ਲਿਪੀ ਬਹੁਤ ਵਾਰ ਕੁਐਸਚਨ ਆਉਂਦਾ ਹੈ ਕਿ ਗੁਰਮੁਖੀ ਲਿਪੀ ਕਿਸ ਪ੍ਰਾਚੀਨ ਲਿਪੀ ਵਿੱਚੋਂ ਨਿਕਲੀ ਹੈ, ਤਾਂ ਉਸਦਾ ਉੱਤਰ ਬ੍ਰਾਹਮੀ ਲਿਪੀ ਵਿੱਚੋਂ ਨਿਕਲੀ ਹੈ। ਅੱਗੇ ਆਉਂਦੇ ਹਾਂ, ਬੋਲੀ ਜਾਂ ਭਾਸ਼ਾ ਕਿਸ ਨੂੰ ਕਹਿੰਦੇ ਹਨ? ਤੋ ਮਨੁੱਖ ਦੇ ਮਨੋਭਾਵਾਂ ਨੂੰ ਅਤੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਵਰਤੇ ਸ਼ਬਦਾਂ ਅਤੇ ਵਾਕਾਂ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ। ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਬੋਲੀ ਉਹਨਾਂ ਸਾਰਥਿਕ ਸ਼ਬਦਾਂ ਦਾ ਇਕੱਠ ਹੈ ਜਿਨ੍ਹਾਂ ਰਾਹੀਂ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਜਾਂ ਵਿਚਾਰ ਵਟਾਂਦਰਾ ਕਰਦਾ ਹੈ। ਇਸ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ। ਤੋ ਬੋਲੀ ਜਾਂ ਭਾਸ਼ਾ ਆਪਣੇ ਮਨੋਭਾਵਾਂ ਨੂੰ ਵਿਚਾਰ ਵਟਾਂਦਰਾ ਕਰਨ ਲਈ ਜੋ ਬੋਲਿਆ ਜਾਂਦਾ ਹੈ ਉਸ ਨੂੰ ਬੋਲੀ ਜਾਂ ਭਾਸ਼ਾ ਕਿਹਾ ਜਾਂਦਾ ਹੈ। ਸ਼ਬਦਾਂ ਦਾ ਇਕੱਠ ਹੈ ਜਿਸ ਦੇ ਰਾਹੀਂ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਭਾਸ਼ਾ ਜਾਂ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਭਾਸ਼ਾ ਜਾਂ ਬੋਲੀ 3 ਪ੍ਰਕਾਰ ਦੀ ਹੁੰਦੀ ਹੈ। ਆਮ ਬੋਲਚਾਲ ਦੀ ਬੋਲੀ ਹੁੰਦੀ ਹੈ, ਲਿਖਤ ਬੋਲੀ, ਸਾਹਿਤਕ ਬੋਲੀ, ਟਕਸਾਲੀ ਬੋਲੀ ਜਾਂ ਰਾਸ਼ਟਰੀ ਬੋਲੀ। ਜੀ ਹਾਂ, ਤੋਂ ਬੋਲਚਾਲ ਦੀ ਬੋਲੀ ਜਿਹੜੀ ਬੋਲੀ ਦੀ ਵਰਤੋਂ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਗੱਲਬਾਤ ਦੌਰਾਨ ਕਰਦੇ ਹਾਂ ਉਸ ਨੂੰ ਬੋਲਚਾਲ ਦੀ ਬੋਲੀ ਕਿਹਾ ਜਾਂਦਾ ਹੈ। ਬੋਲਚਾਲ ਦੀ ਬੋਲੀ ਵਿੱਚ ਕਈ ਵਾਰ ਅਸ਼ੁੱਧ ਸ਼ਬਦ, ਅਧੂਰੇ ਸ਼ਬਦ ਵਰਤ ਲਏ ਜਾਂਦੇ ਹਨ, ਪਰ ਫਿਰ ਵੀ ਇਹਨਾਂ ਦੇ ਠੀਕ ਅਰਥ ਸਮਝ ਆ ਜਾਂਦੇ ਹਨ। ਬੋਲਚਾਲ ਦੀ ਬੋਲੀ ਕਈ ਵਾਰ ਇੱਕ ਖੇਤਰ ਤੋਂ ਵੱਖ ਸਥਾਨਾਂ 'ਤੇ ਵੱਖ ਹੁੰਦੀ ਹੈ। ਇਸ ਦਾ ਭਾਵ ਹੈ ਕਿ ਜਿਸ ਤਰ੍ਹਾਂ ਸ਼ੁੱਧ ਔਰ ਅਸ਼ੁੱਧ, ਰੋਟੀ ਛੋਟੀ, ਹਾਂਜੀ, ਪਾਣੀ ਟਾਣੀ, ਇਹੋ ਜਿਹੇ ਅਸ਼ੁੱਧ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਨ ਜੋ ਸਮਝ ਵਿੱਚ ਆ ਜਾਂਦੇ ਹਨ। ਔਰ ਜਿਸ ਤਰ੍ਹਾਂ ਕਹਿ ਲਈਏ ਕਿ ਪੰਜਾਬ ਵਿੱਚ ਮਾਝੇ ਵਿੱਚ ਆ ਕੇ ਮਾਝੇ ਤੋਂ ਅਗਰ ਦੂਰ ਹੁੰਦੇ ਹਾਂ ਤਾਂ ਦੂਸਰੇ ਖੇਤਰ ਵਿੱਚ ਮਲਵਈ 'ਚ ਜਾਂਦੇ ਹਾਂ, ਉਸ 'ਤੇ ਭਾਸ਼ਾ ਦਾ ਫਰਕ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਹੈ। ਤੋ ਇਸੇ ਤਰ੍ਹਾਂ ਹੀ ਇਹ ਖੇਤਰ ਦੇ ਹਿਸਾਬ ਨਾਲ ਬੋਲਚਾਲ ਦੀ ਖੇਤਰ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ। ਹਰ ਇੱਕ ਅਲੱਗ-ਅਲੱਗ ਖੇਤਰ ਦੇ ਵਿੱਚ ਇਹ ਜਿਹੜੀ ਬੋਲਚਾਲ ਦੀ ਬੋਲੀ ਹੈ ਥੋੜ੍ਹੀ ਜਿਹੀ ਅਲੱਗ ਹੋ ਜਾਂਦੀ ਹੈ। ਲਿਖਤ ਬੋਲੀ, ਸਾਹਿਤਕ ਬੋਲੀ ਜਾਂ ਟਕਸਾਲੀ ਬੋਲੀ ਜਿਹੜੀ ਬੋਲੀ ਲਿਖਣ ਸਮੇਂ ਵਰਤੀ ਜਾਂਦੀ ਹੈ ਉਸ ਨੂੰ ਲਿਖਤੀ ਬੋਲੀ ਕਿਹਾ ਜਾਂਦਾ ਹੈ। ਇਸ ਨੂੰ ਸਾਹਿਤਕ ਬੋਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਸਾਹਿਤ
ਇਸੇ ਵਿੱਚ ਲਿਖੇ ਜਾਂਦੇ ਹਨ। ਸਾਹਿਤਕ ਬੋਲੀ ਕਿਹਾ ਜਾਂਦਾ ਹੈ, ਟਕਸਾਲੀ ਬੋਲੀ ਵੀ ਕਿਹਾ ਜਾਂਦਾ ਹੈ। ਇਹ ਬੋਲੀ ਦੇਸ਼ ਦੇ ਬਹੁ ਗਿਣਤੀ ਵਸੋਂ ਦੀ ਹੁੰਦੀ ਹੈ। ਜੀ ਹਾਂ, ਇਹ ਗਿਣਤੀ ਬਹੁ ਗਿਣਤੀ ਵਿੱਚ ਵਰਤੋਂ ਕੀਤੀ ਜਾਂਦੀ ਹੈ। ਲਿਖਤ ਬੋਲੀ ਰਾਸ਼ਟਰੀ ਬੋਲੀ ਕਿਸੇ ਇੱਕ ਖੇਤਰ ਜਾਂ ਦੇਸ਼ ਦੇ ਸੰਚਾਰ ਮਾਧਿਅਮ ਦੀਆਂ ਸਹੂਲਤਾਂ ਲਈ ਇੱਕ ਕੇਂਦਰੀ ਭਾਸ਼ਾ ਮੰਨੀ ਜਾਂਦੀ ਹੈ। ਸਾਡੇ ਦੇਸ਼ ਦੀ ਰਾਸ਼ਟਰੀ ਬੋਲੀ ਹਿੰਦੀ ਹੈ। ਇਹ ਬੋਲੀ ਦੇਸ਼ ਦੀ ਬਹੁ ਗਿਣਤੀ ਵਸੋਂ ਦੀ ਹੁੰਦੀ ਹੈ। ਜੀ ਹਾਂ, ਆਪਾਂ ਆਈਡੀਆ ਲਗਾ ਲਿੱਤਾ ਜਾਵੇ ਤਾਂ ਸੈਂਟਰ ਪੰਜਾਬ ਸਰਕਾਰ ਅਧੀਨ ਜੋ ਵੀ ਪੱਤਰ ਜਾਰੀ ਕੀਤੇ ਜਾਂਦੇ ਹਨ ਉਹ ਪੰਜਾਬੀ ਵਿੱਚ ਕੀਤੇ ਜਾਂਦੇ ਹਨ। ਜੋ ਸੈਂਟਰ ਗੌਰਮੈਂਟ ਵੱਲੋਂ ਹਰ ਇੱਕ ਸਟੇਟ ਡਿਊਟੀ ਨੂੰ ਪੱਤਰ ਜਾਰੀ ਕੀਤੇ ਜਾਂਦੇ ਹਨ, ਉਹ ਪੱਤਰ ਇੰਗਲਿਸ਼ ਵਿੱਚ ਕੀਤੇ ਜਾਂਦੇ ਹਨ ਜਾਂ ਫਿਰ ਹਿੰਦੀ ਵਿੱਚ ਕੀਤੇ ਜਾਂਦੇ ਹਨ। ਇਹ ਬੋਲੀ ਜੋ ਰਾਸ਼ਟਰੀ ਬੋਲੀ ਤਾਂ ਕਿ ਹਰ ਇੱਕ ਖੇਤਰ ਦੀ ਜੋ ਬੋਲੀ ਹੈ, ਹਰ ਇੱਕ ਸਟੇਟ ਦੀ ਬੋਲੀ ਹੈ, ਉਹ ਬੋਲੀ ਦੇ ਅਕੋਰਡਿੰਗ ਜੋ ਲੈਂਗੁਏਜ ਟਰਾਂਸਲੇਸ਼ਨ ਹੈ ਉਸਨੂੰ ਕਰਨ ਵਿੱਚ ਕਾਫੀ ਦੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਆ। ਅਤੇ ਇਸ ਲਈ ਜੋ ਰਾਸ਼ਟਰੀ ਬੋਲੀ ਇੱਕੋ ਬੋਲੀ ਦੇ ਵਿੱਚ ਹੀ ਪੰਜਾਬੀ ਰਾਜ ਭਾਸ਼ਾ ਹੈ। ਤੋ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਕੇਂਦਰੀ ਭਾਸ਼ਾ ਨੂੰ ਮੰਨ ਕੇ ਰਾਜਾਂ ਨੂੰ ਉਸ ਦੇ ਵਿੱਚ ਦਿਸ਼ਾ ਨਿਰਦੇਸ਼ ਸੈਂਡ ਕੀਤੇ ਜਾਂਦੇ ਹਨ। ਮਾਂ ਬੋਲੀ ਜਾਂ ਮਾਤ ਭਾਸ਼ਾ ਕੀ ਹੁੰਦੀ ਹੈ? ਜੋ ਭਾਸ਼ਾ ਬੱਚਾ ਆਪਣੇ ਮਾਂ ਪਿਓ ਕੋਲੋਂ ਵਿਰਸੇ ਵਿੱਚੋਂ ਸਿੱਖਦਾ ਹੈ ਉਸਨੂੰ ਮਾਤ ਭਾਸ਼ਾ ਜਾਂ ਮਾਂ ਬੋਲੀ ਕਿਹਾ ਜਾਂਦਾ ਹੈ। ਇਹ ਬੋਲੀ ਬੱਚਾ ਸਭ ਤੋਂ ਪਹਿਲਾਂ ਸਿੱਖਦਾ ਹੈ। ਜੀ ਹਾਂ, ਮਾਤ ਭਾਸ਼ਾ ਪਹਿਲਾਂ ਪੰਜਾਬ ਵਿੱਚ ਪੰਜਾਬੀ ਸਿੱਖਦਾ ਹੈ, ਉਸ ਤੋਂ ਬਾਅਦ ਬੱਚਾ ਪ੍ਰੀ ਸਕੂਲ ਜਾਂ ਸਕੂਲ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਉਹ ਇੰਗਲਿਸ਼ ਔਰ ਹਿੰਦੀ ਇਹਨਾਂ ਸ਼ਬਦਾਂ ਦਾ ਵੀ ਗਿਆਨ ਪ੍ਰਾਪਤ ਕਰਦਾ ਹੈ। ਲਿਪੀ ਕਿਸ ਨੂੰ ਆਖਦੇ ਹਨ? ਕਿਸੇ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿਨ੍ਹਾਂ ਵਰਨਾਂ ਲੰਗਾਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਹਰ ਇੱਕ ਭਾਸ਼ਾ ਦੀ ਆਪਣੀ ਲਿਪੀ ਹੈ। ਜੀ ਹਾਂ, ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਹਿੰਦੀ ਦੀ ਆਪਣੀ ਲਿਪੀ ਹੈ, ਇੰਗਲਿਸ਼ ਦੀ ਅੰਗਰੇਜ਼ੀ ਦੀ ਆਪਣੀ ਲਿਪੀ ਹੈ ਔਰ ਪੰਜਾਬੀ ਦੀ ਆਪਣੀ ਲਿਪੀ ਹੈ। ਲਿਪੀ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਿਤ ਕਰਨ ਦੀ ਕਲਾ ਹੈ। ਜੀ ਹਾਂ, ਲਿਪੀ ਜੋ ਕਿ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਿਤ ਕਰਨ ਦੀ ਕਲਾ ਹੈ ਜਾਂ ਲਿਖਣ ਦਾ ਇੱਕ ਵਿਉਤਪੰਨ ਤਰੀਕਾ ਹੈ। ਕਿਸੇ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਅੱਖਰਾਂ ਜਾਂ ਵਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਲਿਪੀ ਇਹੋ ਜਿਹੇ ਸੰਕੇਤਾਂ ਅਤੇ ਚਿੰਨ੍ਹਾਂ ਦੀ ਵਿਉਂਤਬੰਦੀ ਹੈ ਜਿਨ੍ਹਾਂ ਨਾਲ ਸੁਣਨਯੋਗ ਬੋਲੀ ਨੂੰ ਦੇਖਣਯੋਗ ਬਣਾਇਆ ਜਾ ਸਕਦਾ ਹੈ। ਲਿਪੀ ਰਾਹੀਂ ਜਿਸ ਤਰ੍ਹਾਂ ਤੁਸੀਂ ਮੈਨੂੰ ਸੁਣ ਰਹੇ ਹੋ, ਜਿਸ ਤਰ੍ਹਾਂ ਸੁਣ ਰਹੇ ਹੋ ਉਸੇ ਤਰ੍ਹਾਂ ਹੀ ਤੁਸੀਂ ਇਸ ਸਕਰੀਨ ਦੇ ਉੱਤੇ ਅੱਖਰਾਂ ਨੂੰ ਪੜ੍ਹ ਰਹੇ ਹੋ। ਅੱਖਰਾਂ ਨੂੰ ਜਿਸ ਵਿਉਂਤਬੰਦੀ ਨਾਲ ਲਿਖਿਆ ਗਿਆ ਹੈ ਔਰ ਜਿਸ ਅੱਖਰਾਂ ਉਹਨਾਂ ਨੂੰ ਚਿਤਰਿਤ ਕੀਤਾ ਗਿਆ ਹੈ ਸਕਰੀਨ ਦੇ ਉੱਪਰ, ਇਸ ਨੂੰ ਲਿਪੀ ਕਿਹਾ ਜਾਂਦਾ ਹੈ। ਇਹ ਪੰਜਾਬੀ ਲਿਪੀ ਵਿੱਚ ਤੁਸੀਂ ਪੜ੍ਹ ਰਹੇ ਹੋ ਤਾਂ ਤੁਸੀਂ ਇਸ ਤੋਂ ਇੱਕ ਐਗਜ਼ਾਮਪਲ ਲੈ ਸਕਦੇ ਹੋ। ਇਸ ਤਰ੍ਹਾਂ ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਲਿਪੀ ਇਹੋ ਜਿਹੇ ਸੰਕੇਤਾਂ ਅਤੇ ਚਿੰਨ੍ਹਾਂ ਦੀ ਵਿਉਂਤਬੰਦੀ ਹੈ ਜਿਨ੍ਹਾਂ ਨਾਲ ਸੁਣਨਯੋਗ ਬੋਲੀ ਨੂੰ ਦੇਖਣਯੋਗ ਬਣਾਇਆ ਜਾ ਸਕਦਾ ਹੈ। ਭਾਵ ਲਿਖਿਆ ਜਾਂਦਾ ਹੈ, ਇਸ ਲਿਖੇ ਨੂੰ ਪੜ੍ਹ ਕੇ ਮੁੜ ਉਚਾਰਿਆ ਜਾ ਸਕਦਾ ਹੈ। ਤੁਸੀਂ ਮੈਨੂੰ ਸੁਣ ਰਹੇ ਹੋ, ਤੁਸੀਂ ਸਕਰੀਨ ਉੱਪਰ ਪੜ੍ਹ ਰਹੇ ਹੋ ਅਤੇ ਤੁਸੀਂ ਸਕਰੀਨ ਉੱਪਰ ਲਿਖਿਆ ਪੜ੍ਹ ਰਹੇ ਹੋ। ਇਹ ਲਿਪੀ ਹੈ। ਹਰ ਬੋਲੀ ਦੀ ਆਪਣੀ ਲਿਪੀ ਹੈ। ਪੰਜਾਬੀ ਦੀ ਗੁਰਮੁਖੀ ਲਿਪੀ ਹੈ, ਅੰਗਰੇਜ਼ੀ ਦੀ ਰੋਮਨ, ਹਿੰਦੀ ਦੀ ਦੇਵਨਾਗਰੀ ਲਿਪੀ ਹੈ। ਗੁਰਮੁਖੀ ਇੱਕ ਭਾਰਤੀ ਲਿਪੀ ਹੈ ਜੋ ਭਾਰਤ ਦੇਸ਼ ਦੀਆਂ ਹੋਰਨਾਂ ਲਿਪੀਆਂ ਵਾਂਗ ਵਿਕਾਸ ਦੇ ਪੜਾਅ ਪਾਰ ਕਰਦੀ ਹੋਈ ਅੱਜ ਵਾਲੇ ਰੂਪ 'ਤੇ ਪਹੁੰਚੀ ਹੈ। ਗੁਰਮੁਖੀ ਦਾ ਜੋ ਰੂਪ ਹੁਣ ਹੈ ਉਹ ਇਸ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘ ਕੇ ਉਭਰਿਆ ਹੈ। ਪੰਜਾਬੀ ਨੂੰ ਲਿਖਣ ਵਾਸਤੇ ਗੁਰਮੁਖੀ ਹੀ ਢੁਕਵੀਂ ਅਤੇ ਸ਼੍ਰੇਸ਼ਠ ਲਿਪੀ ਹੈ। ਇਸ ਲਈ 1966 ਈਸਵੀ ਵਿੱਚ ਪੰਜਾਬ ਸਰਕਾਰ ਨੇ ਜਦੋਂ ਭਾਸ਼ਾ ਦੇ ਆਧਾਰ 'ਤੇ ਏਰੀਆ ਦੀ ਵੰਡ ਕੀਤੀ ਗਈ ਤਾਂ ਰਾਜ ਭਾਸ਼ਾ ਪੰਜਾਬ ਦੀ ਜੋ ਰਾਜ ਭਾਸ਼ਾ 1966 ਈਸਵੀ ਤੋਂ ਬਾਅਦ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ। ਹੁਣ ਗੁਰਮੁਖੀ ਲਿਪੀ ਵਿੱਚ ਹੋਈ ਪੰਜਾਬੀ ਕਾਨੂੰਨੀ ਤੌਰ 'ਤੇ ਪ੍ਰਵਾਨ ਹੁੰਦੀ ਹੈ। ਕੋਈ ਵੀ
ਪੰਜਾਬ ਦੇ ਵਿੱਚ ਕੋਈ ਵੀ ਐਡਵਰਟਾਈਜ਼ਮੈਂਟ ਨਿਕਲਦੀ ਹੈ, ਕੋਈ ਵੈਕੈਂਸੀ ਨਿਕਲਦੀ ਹੈ, ਕੋਈ ਵੀ ਲੈਟਰ ਨਿਕਲਦੀ ਹੈ, ਕੋਈ ਵੀ ਪੰਜਾਬ ਸਰਕਾਰ ਵੱਲੋਂ ਸੂਚਨਾ ਹਿੱਤ ਜਨਤਾ ਨੂੰ ਕੁਛ ਵੀ ਭੇਜ ਦਿੱਤਾ ਜਾਂਦਾ ਹੈ ਤਾਂ ਉਹ ਪੰਜਾਬੀ ਦੇ ਵਿੱਚ ਹੀ ਦਿੱਤਾ ਜਾਂਦਾ ਹੈ। ਤੋ ਥੋੜ੍ਹੇ ਜਿਹੇ ਕੁਐਸਚਨ ਜੇਕਰ ਤੁਸੀਂ ਲੈਕਚਰ ਨੂੰ ਸੁਣਿਆ ਹੈ ਤਾਂ ਉਸਦਾ ਆਨਸਰ ਜ਼ਰੂਰ ਦਿਓ। ਪੰਜਾਬੀ ਦੀ ਲਿਪੀ ਕਿਹੜੀ ਹੈ? ਦੇਵਨਾਗਰੀ, ਰੋਮਨ, ਅੰਗਰੇਜ਼ੀ ਔਰ ਗੁਰਮੁਖੀ। ਇਸ ਦਾ ਸਹੀ ਉੱਤਰ ਹੈ ਗੁਰਮੁਖੀ। ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ ਉਹਨਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ? ਬੋਲੀ, ਲਿਖਤੀ ਬੋਲੀ, ਵਰਣਬੋਧ, ਵਿਆਕਰਨ। ਜੀ ਹਾਂ, ਵਿਆਕਰਨ। ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਮਨ ਦੇ ਭਾਵਾਂ ਨੂੰ ਆਪਾਂ ਪ੍ਰਗਟ ਕਰਦੇ ਹਾਂ ਬੋਲੀ, ਵਾਕ, ਸ਼ਬਦ ਔਰ ਲਿਖਤੀ ਬੋਲੀ ਰਾਹੀਂ। ਤਾਂ ਮਨ ਦੇ ਭਾਵਾਂ ਨੂੰ ਆਪਾਂ ਪ੍ਰਗਟ ਕਰਦੇ ਹਾਂ ਬੋਲੀ ਰਾਹੀਂ। ਜਿਹੜੀ ਬੋਲੀ ਸਾਹਿਤ ਰਚਨਾ ਕਰਨ ਦੇ ਸਮੇਂ ਵਰਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਬੋਲਚਾਲ ਦੀ ਬੋਲੀ, ਆਮ ਬੋਲੀ, ਲਿਖਤੀ ਬੋਲੀ, ਉਪਰੋਕਤ ਕੋਈ ਨਹੀਂ। ਤਾਂ ਇਸ ਦਾ ਸਹੀ ਉੱਤਰ ਹੈ ਲਿਖਤੀ ਬੋਲੀ। ਸਾਹਿਤ ਲਿਖਤੀ ਤੌਰ 'ਤੇ ਲਿਖੇ ਜਾਂਦੇ ਹਨ ਤਾਂ ਲਿਖਤੀ ਬੋਲੀ ਰਾਹੀਂ ਸਾਹਿਤ ਰਚਨਾ ਕੀਤੀ ਜਾਂਦੀ ਹੈ। ਬੋਲੀ ਨੂੰ ਲਿਖਣ ਸਮੇਂ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਵਿਆਕਰਨ, ਲਿਪੀ, ਬੋਲੀ, ਸ਼ਬਦ। ਤਾਂ ਸਹੀ ਉੱਤਰ ਹੈ ਲਿਪੀ। ਲਿਪੀ ਰਾਹੀਂ ਇਸ ਨੂੰ ਪੂਰਨ ਕੀਤਾ ਜਾਂਦਾ ਹੈ। ਦੇਵਨਾਗਰਿਕ ਲਿਪੀ ਦੇ ਅੱਖਰਾਂ ਦੀ ਬਣਤਰ ਗੁਰਮੁਖੀ ਦੇ ਅੱਖਰਾਂ ਨਾਲ ਮਿਲਦੀ ਹੈ। ਪਹਿਚਾਨ ਕਰੋ। ਕੱਕਾ, ਟੈਂਕਾ, ਠੱਠਾ। ਗੱਗਾ, ਟੈਂਕਾ, ਠੱਠਾ, ਸੱਸਾ, ਹਾਹਾ, ਕੱਕਾ। ਤਾਂ ਇਸ ਦਾ ਸਹੀ ਉੱਤਰ ਹੈ ਗੱਗਾ, ਟੈਂਕਾ, ਠੱਠਾ। ਇਹ ਦੇਵਨਾਗਰਿਕ ਦੇ ਜਿਹੜੇ ਸ਼ਬਦ ਹਨ ਇਹਨਾਂ ਨੂੰ ਗੁਰਮੁਖੀ ਲਿਪੀ ਵਿੱਚ ਵੀ ਸੇਮ, ਜੀ ਹਾਂ, ਹੂਬਹੂ ਲਿਖਿਆ ਜਾਂਦਾ ਹੈ। ਗੁਰਮੁਖੀ ਲਿਪੀ ਡੈਸ਼ ਲਿਪੀ ਵਿੱਚੋਂ ਨਿਕਲਦੀ ਹੈ? ਬ੍ਰਾਹਮੀ, ਸਿੰਧੀ, ਉਰਦੂ, ਉਪਰੋਕਤ ਕੋਈ ਨਹੀਂ। ਬ੍ਰਾਹਮੀ ਲਿਪੀ ਵਿੱਚੋਂ ਨਿਕਲਦੀ ਹੈ। ਜੋ ਭਾਸ਼ਾ ਬੱਚਾ ਆਪਣੇ ਮਾਪਿਓ ਕੋਲੋਂ ਵਿਰਸੇ ਵਿੱਚੋਂ ਸਿੱਖਦਾ ਹੈ ਉਸ ਨੂੰ ਡੈਸ਼ ਕਿਹਾ ਜਾਂਦਾ ਹੈ? ਮਾਤ ਭਾਸ਼ਾ, ਮਾਂ ਬੋਲੀ ਕਿਹਾ ਜਾਂਦਾ ਹੈ। ਹੇਠ ਲਿਖਤ ਬੋਲੀ ਦਾ ਪ੍ਰਕਾਰ। ਬੋਲਚਾਲ ਦੀ ਬੋਲੀ। ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਬੋਲੀ ਕਿਸ ਪ੍ਰਕਾਰ ਦੀ ਹੁੰਦੀ ਹੈ? ਬੋਲਚਾਲ ਦੀ ਬੋਲੀ, ਲਿਖਤੀ ਬੋਲੀ, ਸਾਹਿਤਕ ਬੋਲੀ ਜਾਂ ਟਕਸਾਲੀ ਬੋਲੀ। ਤਾਂ ਉਪਰੋਕਤ ਸਾਰੇ ਹੀ ਆਉਣਗੇ। ਰੋਜ਼ਾਨਾ ਜ਼ਿੰਦਗੀ ਵਿੱਚ ਗੱਲਬਾਤ ਦੌਰਾਨ ਕਰਦੇ ਹਾਂ ਉਸ ਨੂੰ ਡੈਸ਼ ਬੋਲੀ ਕਿਹਾ ਜਾਂਦਾ ਹੈ? ਬੋਲਚਾਲ ਦੀ ਬੋਲੀ, ਲਿਖਤੀ ਬੋਲੀ, ਰਾਸ਼ਟਰੀ ਬੋਲੀ ਔਰ ਉਪਰੋਕਤ ਕੋਈ ਵੀ ਨਹੀਂ। ਬੋਲਚਾਲ ਦੀ ਬੋਲੀ ਜੋ ਆਪਾਂ ਰੋਜ਼ਾਨਾ ਵਰਤੋਂ ਕਰਦੇ ਹਾਂ। ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਕਦੋਂ ਦਿੱਤਾ ਗਿਆ? ਇਸ ਦਾ ਉੱਤਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਪੰਜਾਬੀ ਯੂਨੀਵਰਸਿਟੀ ਕਿੱਥੇ ਸਥਿਤ ਹੈ? ਇਸ ਦਾ ਉੱਤਰ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਹੈ। ਤੋ ਅੱਗੇ ਆਉਂਦੇ ਹਾਂ, ਪੰਜਾਬੀ ਦੀ ਲਿਪੀ ਕਿਹੜੀ ਹੈ? ਪੰਜਾਬੀ ਦੀ ਲਿਪੀ ਕਿਹੜੀ ਹੈ? ਰੋਮਨ, ਦੇਵਨਾਗਰੀ, ਗੁਰਮੁਖੀ ਔਰ ਉਰਦੂ। ਗੁਰਮੁਖੀ ਲਿਪੀ ਪੰਜਾਬੀ ਦੀ ਲਿਪੀ ਹੈ। ਅੰਗਰੇਜ਼ੀ ਦੀ ਲਿਪੀ ਕਿਹੜੀ ਹੈ? ਇਸ ਦਾ ਉੱਤਰ ਵੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੇਣਾ ਹੈ। ਹਿੰਦੀ ਦੀ ਲਿਪੀ, ਜੀ ਹਾਂ, ਇਸ ਦਾ ਉੱਤਰ ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਹੈ। ਅਗਰ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਬਾਕਸ ਦੇ ਵਿੱਚ ਆਪਣਾ ਕੀਮਤੀ ਵਿਚਾਰ ਔਰ ਕੀਮਤੀ ਆਪਣਾ ਕਮੈਂਟ ਜ਼ਰੂਰ ਕਰਿਓ। ਧੰਨਵਾਦ, ਸ਼ੁਕਰੀਆ, ਮਿਹਰਬਾਨੀ।